इस धरती में जन्म लिया। खुदा धन्यवाद। सब दुनिया में बचाओ वास्ते खुदा उद्धार करता परमेश्वर पाक होगा। थैंक यू लॉर्ड। धन्यवाद करना। हालेलुया हालेलुया हालेलुया। समर्थ का पवित्र आत्मा यीशु मसीह धन्यवाद। हालेलुया हालेलुया। परमेश्वर का ब्लेस करे खुशियां दे दान दे जो परमेश्वर ने आज ਸਾਨੂੰ ਸਭ ਨੂੰ ਖੁਸ਼ੀ ਦਿੱਤੀ ਆਪਣੇ ਜਨਮ ਦਿਨ ਦੀ ਉਹਦੇ ਵਾਸਤੇ ਅਸੀਂ ਧੰਨਵਾਦ ਕਰਦੇ ਹਾਂ। ਹਾਲੇਲੂਇਆ। ਤਾਰੀਫ ਹੋ ਤੇਰਾ ਸ਼ੁਕਰ ਹੋ ਪ੍ਰਭੂ ਯਿਸੂ ਮਸੀਹ ਜੀ। ਅੱਜ ਦੇ ਪਵਿੱਤਰ ਸਮੇਂ ਲਈ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਜਿਹੜਾ ਸਾਡੀ ਜ਼ਿੰਦਗੀਆਂ ਦੇ ਵਿੱਚ ਆਇਆ ਬੀਤੇ ਸਮੇਂ 'ਚ ਮਦਦ ਕੀਤੀ ਸੰਭਾਲ ਕੇ ਰੱਖਿਆ ਹਰ ਮੁਸ਼ਕਲਾਂ ਤੋਂ ਹਰ ਦੁੱਖਾਂ ਤੋਂ ਪਰੇਸ਼ਾਨੀਆਂ ਤੋਂ ਦੁੱਖਾਂ ਤੋਂ ਬਚਾਇਆ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ जिन्हें भी तेरे नाम से तेरे बेटियों बेटी तेरी यूथ के विच प्रभु बैठे सब नु अपने नाम से ब्लेस करो अपना अनुग्रह करो अपनी सच्चाई वचन दे द्वारा चलो चंगा करो तेरी दया तेरी कृपा तेरी शांति सारे सब दे नाल होवे प्रभु यीशु मसीह जी जो भी आज दी खुशी तेरी मर्जी नाल सानू सब नु मिली तेरा धन्यवाद तेरा शुक्र करते अगला समा सब पेश कर दी प्रभु यीशु मसीह जी जो भी जन्मदिन प्रभु यीशु मसीह आ गया तेरा धन्यवाद तेरा शुक्र कर दी इस जन्म वास्ते तेरा धन्यवाद तेरा शुक्र कर दे इस दुनिया के उत्ते आए साडे पापां वास्ते प्रभु यीशु सचमुच तुसी पहले जन्म लेन तो 700 साल कीती भविष्यवाणी हो चुकी सी 700 साल प्रभु यीशु मसीह जी एक मुक्तिदाता आएगा वो हर दुनिया का आधार करता होएगा सचमुच प्रभु यीशु मसीह साडे वास्ते तुसी आए इस धरती दे उत्ते साडे सारे पापां नूं चुक के सलीब दे उत्ते साडे वास्ते जान दित्ती ते अज खुशी दित्ती तेरा धन्नवाद तेरा शुक्र करदी अज इस प्यार दी खातिर सानूं सब नूं अपनी जिंदगी दे विच मसा करो हुण साडे नाल सारी बेनती भी सुनो कबूल करो प्रभु यीशु मसीह के नाम में मांगते आमीन हालेलुया 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 हालेलुया। साਰਿਆਂ ਨੂੰ ਜ਼ਿਆਦਾ बहुत खुशी दे ते खुशी दे नाल ब्लेस करें बेनती सुनो यीशु मसीह के नाम में आमीन हालेलुया।
Hallelujah.
ਉਹਨਾਂ ਦਿਨਾਂ ਵਿੱਚ ਰੋਮੀ ਕੈਸਰ ਅਗਸਤੁਸ ਨੇ ਇਹ ਆਗਿਆ ਦਿੱਤੀ ਕਿ ਉਸ ਦੇ ਸਾਰੇ ਸਾਮਰਾਜ ਦੇ ਨਾਗਰਿਕਾਂ ਦੀ ਜਨਗਣਨਾ ਕੀਤੀ ਜਾਵੇ। ਉਸ ਦੇ ਰਾਜਕਾਲ ਵਿੱਚ ਇਹ ਪਹਿਲੀ ਜਨਗਣਨਾ ਸੀ। ਹਾਲੇਲੂਇਆ। ਉਹਨਾਂ ਦਿਨਾਂ ਦੇ ਵਿੱਚ ਜਦੋਂ ਪ੍ਰਭੂ ਯਿਸੂ ਮਸੀਹ ਦਾ ਕਹਿੰਦੇ ਜਨਮ ਹੋਇਆ, ਉਹਨਾਂ ਦਿਨਾਂ ਦੇ ਵਿੱਚ ਕੀ ਹੋਇਆ ਕਿ ਰੋਮ ਦੇ ਵਿੱਚ ਕੈਸਰ ਅਗਸਤੁਸ ਨੇ ਇਹ ਆਗਿਆ ਦਿੱਤੀ ਕਿ ਸਾਰੇ ਸਾਮਰਾਜ ਦੇ ਵਿੱਚ, ਉਹਦੇ ਸਾਮਰਾਜ ਦੇ ਵਿੱਚ ਨਾਗਰਿਕਾਂ ਦੀ ਜਨਗਣਨਾ ਕੀਤੀ ਜਾਏ। ਕਿਉਂਕਿ ਸਭ ਤੋਂ ਪਹਿਲਾਂ ਜਨਗਣਨਾ ਦੀ ਸ਼ੁਰੂਆਤ ਰੋਮ ਤੇ ਕੈਸਰ ਅਗਸਤੁਸ ਨੇ ਕੀਤੀ। ਕਿਉਂਕਿ ਸਭ ਤੋਂ ਪਹਿਲਾਂ ਹੋਰ ਅਸੀਂ ਕਿਤੇ ਨਹੀਂ, ਪੰਜਾਬ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਨਗਣਨਾ ਨਹੀਂ ਕੀਤੀ ਗਈ। ਪਹਿਲਾ ਹੁਕਮ ਰਾਜਾ ਕੈਸਰ ਅਗਸਤੁਸ ਨੇ ਦਿੱਤਾ ਔਰ ਇਹ ਰਾਜਕਾਲ ਦੇ ਵਿੱਚ ਪਹਿਲੀ ਜਨਗਣਨਾ ਕੀਤੀ। ਹਾਲੇਲੂਇਆ। ਉਸ ਸਮੇਂ ਕੁਰੇਨੀਅਸ ਸੂਰੀਆ ਦਾ ਰਾਜਪਾਲ ਸੀ। ਸਾਰੇ ਲੋਕੀ ਜਨਗਣਨਾ ਦੇ ਲਈ ਆਪਣੇ ਆਪਣੇ ਨਗਰ ਨੂੰ ਗਏ। ਉਹਨਾਂ ਦੇ ਰਾਜਕਾਲ ਦੇ ਵਿੱਚ ਉਹਨਾਂ ਦੇ ਉਸ ਸਮੇਂ ਸੂਰੀਆ ਦਾ ਜਿਹੜਾ ਕੁਰੇਨੀਅਸ ਨਾਂ ਦਾ ਰਾਜਪਾਲ ਸੀ, ਜਿਸ ਦੇ ਸਮੇਂ ਦੇ ਵਿੱਚ ਜਨਗਣਨਾ ਕੀਤੀ ਗਈ। ਯੂਸਫ ਦਾਊਦ ਦੀ ਕੁਲ ਵਿੱਚੋਂ ਸੀ, ਇਸ ਲਈ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਨਗਰ ਬੈਤਲਹਮ ਨੂੰ ਗਿਆ। ਹਾਲੇਲੂਇਆ। ਔਰ ਜਿਹੜਾ ਯੂਸਫ ਆ ਦਾਊਦ ਦੀ ਕੁਲ ਦੇ ਵਿੱਚੋਂ, ਯੂਸਫ ਜਿਹੜੀ ਕਿ ਪ੍ਰਭੂ ਯਿਸੂ ਮਸੀਹ ਦੇ ਪਿਤਾ, ਜਿਨ੍ਹਾਂ ਨੇ ਪ੍ਰਭੂ ਦਾ ਪਾਲਣ ਪੋਸ਼ਣ ਕੀਤਾ, ਉਹ ਦਾਊਦ ਦੀ ਕੁਲ ਦੇ ਵਿੱਚੋਂ ਸੀ। ਜਿਹੜਾ ਦਾਊਦ ਸੀ, ਦਾਊਦ ਰਾਜਾ ਸੀ ਔਰ ਉਹਦੇ ਕੁਲ ਦੇ ਵਿੱਚੋਂ ਯੂਸਫ ਨੂੰ ਚੁਣਿਆ ਸੀ ਤਾਂ ਕਿ ਉਹ ਪ੍ਰਭੂ ਯਿਸੂ ਮਸੀਹ ਦਾ ਪਿਤਾ ਹੋਵੇ। ਹਾਲੇਲੂਇਆ। ਔਰ ਉਹ ਗਲੀਲ ਦੇ ਇਲਾਕੇ ਦੇ ਪਿੰਡ ਨਾਸਰਤ ਤੋਂ ਦਾਊਦ ਦੇ ਨਗਰ, ਦਾਊਦ ਦਾ ਪਿੰਡ ਬੈਤਲਹਮ ਸੀ ਔਰ ਬੈਤਲਹਮ ਦੇ ਵਿੱਚ ਉਹ ਆਪਣੀ ਪਤਨੀ ਔਰ ਆਪਣੇ ਪਤਨੀ ਨੂੰ ਲੈ ਕੇ ਗਿਆ। ਯੂਸਫ ਆਪਣੇ ਨਾਲ ਆਪਣੀ ਮੰਗੇਤਰ ਮਰੀਮ ਨੂੰ ਵੀ ਜਨਗਣਨਾ ਦੇ ਲੈ ਗਿਆ। ਮਰੀਮ ਗਰਭਵਤੀ ਸੀ। ਹਾਲੇਲੂਇਆ। ਜਨਗਣਨਾ ਦੇ ਵਾਸਤੇ ਉਸਨੇ ਸੁਣਿਆ ਕਿ ਜਨਗਣਨਾ ਕੀਤੀ ਜਾਣੀ ਆ ਔਰ ਮੈਂ ਵੀ ਆਪਣਾ ਨਾਮ, ਮੈਂ ਆਪਣੀ ਪਤਨੀ ਦਾ ਨਾਮ ਲਿਖਵਾਵਾਂ। ਔਰ ਬੈਤਲਹਮ ਦੇ ਵਿੱਚ ਜਦੋਂ ਚਲਾ ਜਾਂਦਾ ਆ ਔਰ ਜਿਹੜੀ ਮਾਤਾ ਮਰੀਮ ਸੀ ਉਹ ਉਸ ਟਾਈਮ ਗਰਭਵਤੀ ਸੀ। ਜਦੋਂ ਅਜੇ ਉਹ ਬੈਤਲਹਮ ਵਿੱਚ ਹੀ ਸਨ ਤਾਂ ਮਰੀਮ ਦਾ ਜਨਮ ਦਾ ਸਮਾਂ ਪੂਰਾ ਹੋ ਗਿਆ, ਇਸ ਲਈ ਉਸਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ। ਹਾਲੇਲੂਇਆ। ਉਸ ਸਮੇਂ ਮਾਤਾ ਮਰੀਮ ਜਦੋਂ ਬੈਤਲਹਮ ਦੇ ਵਿੱਚ ਸੀਗੇ ਔਰ ਉਹਨਾਂ ਦੇ ਜਨਮ ਦੇ ਜਦੋਂ ਦਿਨ ਪੂਰੇ ਹੋਏ ਤਾਂ ਉਹਨਾਂ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਯਾਨੀ ਕਿ ਪ੍ਰਭੂ ਯਿਸੂ ਮਸੀਹ ਇਕਲੌਤਾ ਪੁੱਤਰ, ਉਸਨੂੰ ਜਨਮ ਦਿੱਤਾ। ਉਸਨੇ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖਿਆ ਕਿਉਂਕਿ ਉਹਨਾਂ ਨੂੰ ਸ਼ਰ੍ਹਾ ਵਿੱਚ ਥਾਂ ਨਹੀਂ ਮਿਲੀ ਸੀ। ਹਾਲੇਲੂਇਆ। ਉਹਨਾਂ ਨੇ ਬੱਚੇ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਔਰ ਇੱਕ ਉਹ ਜਗ੍ਹਾ ਖੁਰਲੀ ਟਾਈਪ ਸੀ, ਜਿੱਦਾਂ ਕਿ ਕਿਸੇ ਪਸ਼ੂਆਂ ਨੂੰ ਖੁਰਲੀ ਦੇ ਵਿੱਚ ਪੱਠੇ ਪਾਏ ਜਾਂਦੇ ਆ, ਉਹ ਜਗ੍ਹਾ ਅਲੱਗ ਸੀ। ਲੇਕਿਨ ਉਹ ਇੱਕ ਝੌਂਪੜੀ ਟਾਈਪ ਸੀ, ਜਿਸ ਤਰ੍ਹਾਂ ਕਿ ਕਾਨਿਆਂ ਦੀ ਝੌਂਪੜੀ ਇਸ ਤਰ੍ਹਾਂ ਬਣੀ ਹੋਵੇ ਬਾਰ-ਬਾਰ, ਕਿਉਂਕਿ ਉਹਨਾਂ ਨੂੰ ਕੋਈ ਐਸੀ ਸ਼ਰ੍ਹਾ ਨਹੀਂ ਮਿਲੀ। ਔਰ ਜੇ ਅਸੀਂ ਕਹੀਏ ਕਿ ਪ੍ਰਭੂ ਯਿਸੂ ਮਸੀਹ ਨੇ ਜਨਮ ਉਸ ਜਗ੍ਹਾ ਦੇ ਵਿੱਚ ਕਿਉਂ ਲਿਆ, ਕਿਉਂਕਿ ਉਸ ਦੇ ਵਿੱਚ ਵੀ ਇੱਕ ਬਹੁਤ ਵੱਡਾ ਰਾਜ ਸੀ। ਹਾਲੇਲੂਇਆ। ਜਿਸ ਨਗਰ ਦੇ ਵਿੱਚ, ਜਿਹੜਾ ਰਾਜਾ ਦਾਊਦ ਦਾ ਨਗਰ ਆ ਬੈਤਲਹਮ, ਔਰ ਜਿਸ ਜਗ੍ਹਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਹੋਇਆ ਕੁਰਲੀ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਰਾਜਾ ਦਾਊਦ ਦਾ ਸਿੰਘਾਸਨ ਸੀ। ਹਾਲੇਲੂਇਆ। ਉਸ ਜਗ੍ਹਾ ਦੇ ਵਿੱਚ ਉਹ ਸਿੰਘਾਸਨ ਉਹਦਾ ਲੱਗਦਾ ਸੀ, ਉੱਥੇ ਬੈਠਦਾ ਸੀ ਔਰ ਆਪਣੇ ਪ੍ਰਜਾ ਦਾ ਨਿਆਂ ਕਰਦਾ ਸੀ। ਔਰ ਉਹਦੇ ਹੱਥੋਂ ਕਈ ਕਤਲ ਹੋ ਚੁੱਕੇ ਸੀ, ਕਈ ਬਲੀਆਂ ਦੇ ਚੁੱਕਾ ਸੀ ਔਰ ਉਹ ਜਿਹੜੀ ਸਾਰੀ ਜਗ੍ਹਾ ਭ੍ਰਿਸ਼ਟ ਹੋ ਚੁੱਕੀ ਸੀ। ਹਾਲੇਲੂਇਆ। ਔਰ ਉਸ ਜਗ੍ਹਾ ਨੂੰ ਪ੍ਰਭੂ ਯਿਸੂ ਮਸੀਹ ਨੇ ਪਵਿੱਤਰ ਕਰਨ ਦੇ ਵਾਸਤੇ ਉਹਦੇ ਤਖਤ ਦੇ ਉੱਤੇ ਜਨਮ ਲਿਆ। ਹਾਲੇਲੂਇਆ। ਹਾਲੇਲੂਇਆ। ਉਹ ਤਾਂ ਰਾਜਾ ਸੀ, ਲੇਕਿਨ ਜਿਹੜਾ ਸਵਰਗ ਦਾ ਰਾਜਾ ਸੀ ਉਹ ਚਾਹੁੰਦਾ ਸੀ ਕਿ ਮੈਂ ਇਸ ਜਗ੍ਹਾ ਨੂੰ ਪਵਿੱਤਰ ਕਰਾਂ ਤਾਂ ਕਿ ਇਹ ਜਗ੍ਹਾ ਪਵਿੱਤਰ ਹੋਏ। ਅਗਰ ਅਸੀਂ ਖੁਰਲੀ ਦਾ ਮੀਨਿੰਗ ਜਾਣੀਏ ਤਾਂ ਖੁਰਲੀ ਵਰਗਾ ਹਰੇਕ ਇਨਸਾਨ ਦਾ ਜਨਮ, ਹਰੇਕ ਇਨਸਾਨ ਲਈ ਜਿਹੜਾ ਮਨ ਹੁੰਦਾ, ਉਹਦਾ ਦਿਲ ਹੁੰਦਾ, ਇੱਕ ਖੁਰਲੀ ਦੀ ਤਰ੍ਹਾਂ ਹੁੰਦਾ। ਹਾਲੇਲੂਇਆ। ਜਿਸ ਦੇ ਅੰਦਰ ਪ੍ਰਭੂ ਯਿਸੂ ਮਸੀਹ ਜਦੋਂ ਵਾਸ ਕਰਦਾ, ਇੱਕ ਰਾਜੇ ਦਾ ਐਂਟਰੀ ਹੋਣਾ ਹੁੰਦਾ ਹੈ ਤਾਂ ਰਾਜਾ ਕੁਝ ਵੀ ਕਰਦਾ ਹੈ। ਹਾਲੇਲੂਇਆ। ਰਾਜੇ ਦੀਆਂ ਗਲਤੀਆਂ, ਉਹਦੀਆਂ ਗਲਤੀਆਂ ਨੂੰ ਪਰਮੇਸ਼ਰ ਨੇ ਮਾਫ ਕੀਤਾ
और उस जगह ਨੂੰ पवित्र किया, उस जगह ਤੇ जन्म लैके। ਜਦੋਂ ਅਸੀਂ प्रभु यीशु मसीह ਨੂੰ अपनाਉਂਦੇ ਆ ਤਾਂ ਇਹ सोचते हैं कि साडी लाइफ ਦੇ ਵਿੱਚ एक खुरली तरह ਹੁੰਦੀ ਆ। और प्रभु यीशु मसीह ਜਦੋਂ जन्म ਲੈਂਦਾ है तो साडे सारे पाप माफ हो जाते हैं। हालेलुया। प्रभु यीशु मसीह ਤੁਹਾਡੀ ਲਾਈਫ ਦੇ ਵਿੱਚ ਜਨਮ ਲੈ ਚੁੱਕੇ ਹੁੰਦੇ ਆ। ਹਾਲੇਲੂਇਆ। ਉਦੋਂ ਤੁਹਾਡਾ ਵੀ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਹੀ ਜਨਮ ਹੋ ਜਾਂਦਾ ਹੈ। ਹਾਲੇਲੂਇਆ, ਹਾਲੇਲੂਇਆ। ਚਰਵਾਹੇ ਅਤੇ ਸਵਰਗਦੂਤ ਬੈਤਲਹਮ ਨਗਰ ਦੇ ਬਾਹਰ ਮੈਦਾਨ ਵਿੱਚ ਕੁਝ ਚਰਵਾਹੇ ਰਾਤ ਦੇ ਵੇਲੇ ਆਪਣੀਆਂ ਭੇਡਾਂ ਦੀ ਰਖਵਾਲੀ ਕਰ ਰਹੇ ਸਨ। ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਹਾਲੇਲੂਇਆ। जिस तरह ਅਸੀਂ ਰਾਤ ਦੇ ਸਮੇਂ ਬੈਠੇ ਹੋਏ ਆ, ਪ੍ਰਭੂ ਦਾ ਵਚਨ ਸੁਣ ਰਹੇ ਆ ਬੜੀ ਗੌਰ ਦੇ ਨਾਲ। ਔਰ ਉਸ ਸਮੇਂ ਕੀ ਸੀ ਕਿ ਰਾਤ ਦੇ ਟਾਈਮ ਦੇ ਵਿੱਚ ਚਰਵਾਹੇ ਇੱਜੜ ਆਪਣੇ ਲੈ ਕੇ ਭੇਡਾਂ ਨੂੰ ਲੈ ਕੇ ਇੱਕ ਖੁੱਲੇ ਮੈਦਾਨ ਦੇ ਵਿੱਚ ਗਏ ਹੋਏ ਸੀਗੇ। ਔਰ ਉਹ ਆਪਣੀ ਮਸਤੀ ਦੇ ਵਿੱਚ ਆਪਣੀਆਂ ਭੇਡਾਂ ਨੂੰ ਚਰਾ ਰਹੇ ਆ। ਔਰ ਉਸ ਟਾਈਮ ਪਰਮੇਸ਼ਰ ਦਾ ਇੱਕ ਦੂਤ ਉਸ ਮੈਦਾਨ ਦੇ ਵਿੱਚ ਉਤਰਿਆ। ਇੰਨੀ ਜ਼ਿਆਦਾ ਉਹਦੀ ਚਮਕ ਸੀ ਕਿ ਉਹ ਦੇਖ ਕੇ ਡਰ ਗਏ। ਹਾਲੇਲੂਇਆ। ਇੱਕਦਮ ਉਹ ਆਇਆ, ਇਸ ਦੇ ਨਾਲ ਹੀ ਪ੍ਰਭੂ ਦਾ ਤੇਜ ਉਹਦੇ ਚਾਰੇ ਪਾਸੇ ਚਮਕਿਆ। ਚਰਵਾਹੇ ਬਹੁਤ ਡਰ ਗਏ, ਪਰ ਦੂਤ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ। ਹਾਲੇਲੂਇਆ, ਹਾਲੇਲੂਇਆ। ਦੇਖੋ, ਜਦੋਂ ਪ੍ਰਭੂ ਕੋਈ ਖੁਸ਼ੀ ਦਿੰਦਾ ਹੈ ਤਾਂ ਕਿਸੇ ਵੀ ਇਨਸਾਨ ਨੂੰ ਡਰ ਨਹੀਂ ਲੱਗਦਾ। ਜਦੋਂ ਪ੍ਰਭੂ ਯਿਸੂ ਮਸੀਹ ਹਰ ਇੱਕ ਇਨਸਾਨ ਨੂੰ ਖੁਸ਼ੀ ਦਿੰਦਾ ਆ ਤਾਂ ਕਿਸੇ ਨੂੰ ਕੋਈ ਵੀ ਡਰ ਨਹੀਂ ਹੁੰਦਾ। ਰੱਬੀ खुशी जो परमेश्वर ਵੱਲੋਂ ਹੁੰਦੀ ਆ, ਉਸ ਤੋਂ ਕਿਸੇ ਨੂੰ ਕਿਸੇ ਦਾ ਖੌਫ ਨਹੀਂ ਹੁੰਦਾ। ਉਸ ਸਮੇਂ ਉਹ ਪਰਮੇਸ਼ਰ ਦੇ ਦੂਤ ਨੂੰ ਦੇਖ ਰਹੇ ਆ ਔਰ ਉਹ ਉਸ ਟਾਈਮ ਡਰ ਗਏ ਕਿ ਰਾਤ ਦੇ ਟਾਈਮ ਦੇ ਵਿੱਚ ਇੱਕ ਅਜੀਬ ਚਮਕ ਕਿਸ ਚੀਜ਼ ਦੀ ਹੋ ਸਕਦੀ ਆ। ਹਾਲੇਲੂਇਆ, ਹਾਲੇਲੂਇਆ। ਲੇਕਿਨ ਦੂਤ ਕੀ ਕਹਿੰਦਾ ਕਿ ਡਰਨਾ ਨਹੀਂ ਆ, ਮੈਂ ਹਾਂ ਪਰਮੇਸ਼ਰ ਦਾ ਦੂਤ ਜੋ ਤੁਹਾਡੇ ਵਾਸਤੇ ਇੱਕ ਸ਼ੁਭ ਸਮਾਚਾਰ, ਬਹੁਤ ਖੁਸ਼ੀ ਦੀ ਖਬਰ ਲੈ ਕੇ ਆਇਆ। ਇਹ ਸਾਰਿਆਂ ਲੋਕਾਂ ਲਈ ਹੈ। ਅੱਜ ਦਾਊਦ ਦੇ ਨਗਰ ਵਿੱਚ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀ ਦਾਤੇ ਨੇ ਜਨਮ ਲਿਆ ਹੈ। ਇਹ ਪ੍ਰਭੂ ਮਸੀਹ ਹੈ। ਹਾਲੇਲੂਇਆ। ਔਰ ਦੂਤ ਨੇ ਕਿਹਾ ਕਿ ਡਰਨ ਵਾਲੀ ਕੋਈ ਗੱਲ ਨਹੀਂ ਆ, ਮੈਂ ਵੀ ਪ੍ਰਭੂ ਵੱਲੋਂ ਇੱਕ ਤੁਹਾਡੇ ਵਾਸਤੇ ਖੁਸ਼ੀ ਦਾ ਸੰਦੇਸ਼ ਲੈ ਕੇ ਆਇਆ ਤਾਂ ਕਿ ਤੁਸੀਂ ਤੁਹਾਡੀ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਹੋ ਸਕੇ। ਹਾਲੇਲੂਇਆ। ਉਸਨੇ ਕਿਹਾ ਕਿ ਬੈਤਲਹਮ ਦੇ ਨਗਰ ਦੇ ਵਿੱਚ ਅੱਜ ਇੱਕ ਮੁਕਤੀ ਦਾਤੇ ਨੇ ਜਨਮ ਲਿਆ ਹੈ। ਔਰ ਮੁਕਤੀ ਦਾਤੇ ਦਾ ਮੀਨਿੰਗ ਇਹ ਹੁੰਦਾ ਹੈ ਕਿ ਜੋ ਸਾਨੂੰ ਹਰ ਇੱਕ ਪਰੇਸ਼ਾਨੀ ਤੋਂ ਮੁਕਤ ਕਰਦਾ ਹੈ, ਜੋ ਸਾਡੇ ਹਰ ਇੱਕ ਤਕਲੀਫ ਨੂੰ ਜਾਣਦਾ ਹੈ। ਬੇਸ਼ੱਕ ਅਸੀਂ ਕਿਸੇ ਵੀ ਇਨਸਾਨ ਨੂੰ ਤਕਲੀਫ ਨਹੀਂ ਦੱਸਦੇ, ਅਸੀਂ ਆਪਣੇ ਭੈਣ ਭਰਾਵਾਂ ਨੂੰ ਨਹੀਂ ਦੱਸਦੇ, ਲੇਕਿਨ ਪਰਮੇਸ਼ਰ ਨੂੰ ਹਰ ਇੱਕ ਚੀਜ਼ ਦਾ ਪਤਾ ਹੁੰਦਾ ਹੈ। ਹਾਲੇਲੂਇਆ। ਮੰਨਦੇ ਹਾਂ ਕਿ ਸਾਡਾ ਦੁੱਖ ਜਿੰਨਾ ਵੀ ਹੋਵੇ, ਲੇਕਿਨ ਪਰਮੇਸ਼ਰ ਤੋਂ ਵੱਡਾ ਕੋਈ ਨਹੀਂ। ਹਾਲੇਲੂਇਆ। और उसने क्या आज परमेश्वर ने जो वचन राही ਤੁਹਾਨੂੰ ਸੰਦੇਸ਼ ਦਿੱਤਾ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਜਿੰਨੇ ਵੀ ਦੁੱਖ ਆ ਅੱਜ ਤੋਂ ਬਾਅਦ ਸਾਰੇ ਖਤਮ ਹੋ ਜਾਣਗੇ। ਹਾਲੇਲੂਇਆ, ਹਾਲੇਲੂਇਆ। और कहता कि जो मुक्ति दाते ने जन्म लिया कोई वो आम इंसान नहीं आ। हालेलूया। वो कौन आ? प्रभु और मसीह, परमेश्वर का भेजिया होया इकलौता पुत्र, मसा किया होया जो सानू हर परेशानी तो हर तकलीफ तो आजाद कराएगा। हालेलुया। उसकी पहचान तुहाडे लिए यह है, तुसी एक नव जन्मे बालक नू कपड़े विच लेटिया होया खुरली विच पिया देखोगे। उस वेले अचानक उस दूत दे नाल स्वर्ग दूतां दा एक बड़ा लश्कर दिखाई दिता जो वो कह के परमेश्वर दी वडियाई कर रहा सी। हालेलुया। जो उसने संदेश दिता वो कहता कि एक पहचान मैं तो दस के आया कि वो नव जन्मिया बच्चा उसने हुणे जन्म लिया आया और उसने एक खुरली दे विच कपड़े दे विच लपेटिया होया तुसी देखोगे और तुसी चाहो तो जाके दर्शन कर सकते हो। हालेलुया। और जो इन्नी गल कह के वो चला जाता है तो अचानक दूतां दा होर भी ज्यादा लश्कर होता है, बहुत ज्यादा स्वर्गदूत आए परमेश्वर की खुशी मनाउण दे वास्ते। और जो परमेश्वर के बच्चे बच्चियां खुश होंगे तो परमेश्वर के दूत भी उसी जगह दे विच शामिल होंगे। हालेलुया, हालेलुया। और वो वडियाई करे की कहंदे परम धाम विच परमेश्वर की वडियाई होवे अते धरती उते मनुखां विच शांति जिन्हां तो प्रसन्न है। हालेलुया। कहंदा परम धाम यानी स्वर्ग दे विच
प्रभु दी वडियाई ओदी महिमा होवे और इस धरती दे लोकां दे विच प्रभु दी शांति होवे जिन्हां तो ये प्रभु यीशु मसीह बहुत ज्यादा खुश है साडे तो भी प्रभु बहुत खुश है क्योंकि तुसी परमेश्वर की खुशी दे विच शामिल होयो और परमेश्वर चाहता है कि तुहाडी खुशी नूं परमेश्वर पूरा करे आमीन हालेलुया हालेलुया। चलो ये सारे खबर करेंगे। थैंक यू लॉर्ड परमेश्वर धन्यवाद करदा प्रभु पवित्र वचन दी तेरा प्रभु जन्मदिन है प्रभु सबने बहुत बरकत दे आशीष दे लोगों ब्लेस कर धन्यवाद हर बीमारी से तंत्र चंगा कर सब प्रभु यीशु और तेरे आनंद खुशी विच पैदे सब प्रभु धन्यवाद करना खुदावन यीशु मसीह के नाम में होगा आमीन। लास्ट गीत कोई बंदा धन्यवाद परमेश्वर तारी पाक को खुदावन तेरे जन्म जारी खुदावन वाली की धन्यवाद वचन पढ़ा गया खुदावन आज दी रात खुदावन में जन्म लिया खुदावन सब दुनिया दी आया तक विच बचाओ वास्ते प्रभु सब ते अपना हाथ रख सब नु बचाओ सब नु बचाए जन खुदावन लोग पानी पढ़न तेरे ज्ञान मान तेरे हुक्म में चलन देता हर दुखी लाचार बीमारी जो सुखी चंगा कर हर दुष्ट आत्मा के जगने में आजाद कर हर गरीबी को आजाद कर प्रभु जी को महा सामर्थ्य सबके अपना हाथ रख बहुत सारी बरकत थोड़ी पैकी ना सब खाली में जब कोई भी धन्यवाद करना परमेश्वर जो आज का वचन है खुदावन सबके अनुग्रह कर पालन खुदावन 100 गुने 60 गुने 30 गुने और बड़ी बरकत दे आई सारे बाप आसमान से पवित्र जमीन हुई तेरा राज तेरी मर्जी आसमान से पूरी जमीन हुई पाने रोज रोटी समुद्र सारी माफ करो
जिस तरह अपने कसूरवारों को माफ कर, सानू माफ कर, अजमाइश में ना पाओ, बुराई से बचाओ, कुदरत जलाली बादशाही मोहब्बत साफ संगत के नाम में कहना है, पिता और पुत्र और पवित्र आत्मा के नाम का होगा, आमीन। राज पराक्रम और महिमा हमेशा हमेशा परमेश्वर तेरा है, हमेशा हमेशा तेरे रहेगा, आमीन। सारे में बधाइयाँ, हालेलुया।